ਇੱਕ ਓंकार सतगुर प्रसाद 9 द्वारे प्रकट किए, 10वां गुप्त रखाया। ਅਸੀਂ ਉਸ ਦੁਆਰੇ ਤੱਕ ਨਾਦ ਦੇ ਰਾਹੀਂ ਪਹੁੰਚ ਗਏ। ਉੱਥੇ ਜਾ ਕੇ ਕੀ ਹੋਇਆ? ਗੁਰੂ ਦੁਆਰੇ ਲਾਈ ਭਾਵਨੀ। ਗੁਰੂ ਦੁਆਰੇ, ਗੁਰੂ ਹੈ ਗਿਆਨ। ਗਿਆਨ ਦੇ ਰਾਹੀਂ ਸਾਨੂੰ ਜਿਹੜਾ ਉਹ ਨੁਕਤਾ ਮਿਲਿਆ ਨਾ, ਗੁਰਦੁਆਰੇ, ਗੁਰੂ ਦੇ ਰਾਹੀਂ ਜਿਹੜਾ ਸਾਨੂੰ ਉਹ ਨੁਕਤਾ ਮਿਲਿਆ ਨਾ, ਜਿਹਦੇ ਨਾਲ ਅਸੀਂ ਇਸ ਨਾਦ ਨੂੰ ਸਮਝਣ ਯੋਗ ਹੋਏ, ਉਹਦੇ ਨਾਲ ਸਾਡੀ ਭਾਵਨੀ, ਸਾਡੀ ਆਂਤਰਿਕ ਅਵਸਥਾ ਭਾਵਨਾਤਮਕ ਹੋ ਕੇ ਉਹਦੇ ਨਾਲ ਜਿਹੜੀ ਹੈ ਨਾ ਉਹ ਜੁੜ ਗਈ। ਇਸ ਅਵਸਥਾ ਨੂੰ ਇਸ ਤਰ੍ਹਾਂ ਸਮਝਦੇ ਹਾਂ ਕਿ ਇਸ ਅਵਸਥਾ 'ਤੇ ਪਹੁੰਚ ਕੇ ਸਾਧਕ ਦਾ ਮਨ ਬਿਲਕੁਲ ਸ਼ਾਂਤ ਹੁੰਦਾ, ਮਸਤਕ 'ਚ ਕੋਈ ਫੁਰਨਾ ਨਹੀਂ ਫੁਰਦਾ, ਕੋਈ ਸੰਕਲਪ ਨਹੀਂ ਉੱਠਦੇ। ਤਾਂ ਐਸੀ ਅਵਸਥਾ ਨੂੰ ਪ੍ਰਾਪਤ ਕੀਤਾ ਹੋਇਆ ਕੋਈ ਇੱਕ ਸਾਧਕ ਜੋ ਹੈ ਉਹਨੂੰ ਉਹ 10ਵਾਂ ਦੁਆਰ ਦਿਖਾਈ ਦਿੰਦਾ ਹੈ। ਔਰ ਉੱਥੇ ਜਾ ਕੇ ਤਾਂ ਅਨੇਕ ਰੂਪ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਔਰ ਉਸ ਅਵਸਥਾ ਨੂੰ ਪ੍ਰਾਪਤ ਕਰਕੇ ਉਸ ਨੂੰ ਸਾਰੀ ਸ੍ਰਿਸ਼ਟੀ ਦੇ, ਬ੍ਰਹਿਮੰਡ ਦੇ ਦਰਸ਼ਨ ਹੋਣ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਔਰ ਉਸ ਨੂੰ ਅਨੇਕਾਂ ਪ੍ਰਕਾਰ ਦੇ ਖਜ਼ਾਨਿਆਂ ਦੀ ਪ੍ਰਾਪਤੀ ਹੁੰਦੀ ਹੈ। ਨਵ-ਨਿਧ ਇੰਨੀਆਂ ਸਿੱਧੀਆਂ ਮਿਲ ਜਾਂਦੀਆਂ ਹਨ। ਵੈਸੇ ਤਾਂ ਜਿਹੜੇ ਨਵ-ਨਿਧ, ਜਿਹੜੇ 9 ਖਜ਼ਾਨੇ ਹੈ, ਇਹ ਸੰਸਾਰੀ ਹੁੰਦੇ ਆ। ਇੱਕ ਜਿਵੇਂ ਕੱਪੜੇ ਦਾ ਵਪਾਰੀ ਹੈ, ਸੋਨੇ ਚਾਂਦੀ ਦਾ ਵਪਾਰੀ ਹੈ, ਔਰ ਅਨਾਜ ਦਾ ਵਪਾਰੀ ਹੈ, ਔਰ ਉਹਨਾਂ ਨੂੰ ਹੀਰੇ ਜਵਾਹਰਾਤ ਤੱਕ ਜਿਹੜੇ ਹਨ ਉਹ ਪ੍ਰਾਪਤ ਹੁੰਦੇ ਆ। ਇਹ 9 ਖਜ਼ਾਨੇ ਹੁੰਦੇ ਆ ਜਿਹੜੇ ਉਸ ਸਾਧਕ ਨੂੰ ਮਿਲ ਜਾਂਦੇ ਆ ਜਿਹੜਾ 10ਵੇਂ ਦੁਆਰ ਦੇ ਦਰਸ਼ਨ ਕਰ ਲੈਂਦਾ ਹੈ। ਔਰ ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ ਹੈ। ਇਹ ਸਿੱਧੀਆਂ ਹਨ, ਇਹਨਾਂ ਸਿੱਧੀਆਂ ਦਾ ਕੋਈ ਅੰਤ ਪਾਇਆ ਨਹੀਂ ਜਾ ਸਕਦਾ। ਕਹੇ ਨਾਨਕ ਹਰ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਗੁਰੂ ਅਮਰਦਾਸ ਜੀ ਕਹਿੰਦੇ ਹਨ, ਹੇ ਪਰਮਾਤਮਾ ਦੇ ਪਿਆਰੇ ਜੀਵੋ, ਹੇ ਪਰਮਾਤਮਾ ਦੇ ਪਿਆਰੇ ਜੀਵੋ, ਗੁਫਾ ਦੇ ਅੰਦਰ ਰੱਖ ਕੇ ਉਹ ਵਾਜਾ ਜਿਹੜਾ ਪਵਨ ਵਜਾ ਰਹੀ ਹੈ ਨਾ, ਉਸ ਅਨਹਦ ਨਾਦ ਦੇ ਵਿੱਚ ਲੀਨਤਾ ਪ੍ਰਾਪਤ ਕਰਨ ਵਾਲਾ ਜੋ ਸਾਧਕ ਹੈ, ਉਸ ਨੂੰ ਇੰਨਾ ਕੁਛ ਪ੍ਰਾਪਤ ਹੁੰਦਾ ਹੈ ਕਿ ਜਿਸ ਦਾ ਵਰਣਨ ਸਹਿਜਤਾ ਦੇ ਨਾਲ ਨਹੀਂ ਕੀਤਾ ਜਾ ਸਕਦਾ। ਇਸ ਗੁਫਾ ਨੂੰ ਕਬੀਰ ਸਾਹਿਬ ਨੇ ਇਸ ਤਰ੍ਹਾਂ ਵਰਣਨ ਕੀਤਾ ਹੈ, उल्टा कुआं गगन में, वाह में जले चिराग, वाह में जले चिराग, बिन दीवा बिन बाती, चारों रुत 12 मासी। कबीर साहब ने इस गुफा ਨੂੰ ਇੱਕ ਰੌਸ਼ਨੀ ਦਾ ਸਤੰਭ, ਪ੍ਰਕਾਸ਼ ਦਾ ਸੋਤ ਕਹਿ ਕੇ ਸੰਬੋਧਨ ਕੀਤਾ ਹੈ। इसका मतलब है कि जिस वक्त ये साधक 10वें द्वार के नज़दीक पहुँचता है तो उसनों प्रकाश के झलकारे नज़र आते हैं। इस अवस्था ते पहुँचे हुए साधक नूं साधक कहना ठीक नहीं। इस अवस्था नूं प्राप्त करके वो सिद्ध पुरुष हो गया, संत हो गया, वो परमात्मा के नज़दीक पहुँच गया। इस अवस्था ਨੂੰ ਪ੍ਰਾਪਤ ਕੀਤਾ ਹੋਇਆ ਸਿੱਧ ਪੁਰਸ਼ ਪੂਰੀ ਤਰ੍ਹਾਂ ਨਾਲ
ਸ਼ਾਂਤ ਹੋ ਜਾਂਦਾ ਹੈ। ਮਨ ਦੇ ਵਿੱਚ ਕੋਈ ਸੰਕਲਪ ਵਿਕਲਪ ਨਹੀਂ ਉੱਠਦੇ, ਦਿਮਾਗ ਦੇ ਵਿੱਚ ਕੋਈ ਫੁਰਨੇ ਨਹੀਂ ਫੁਰਦੇ, ਇੱਕਦਮ ਉਹ ਖਾਲੀ ਹੋਇਆ ਹੁੰਦਾ ਹੈ। ਖਾਲੀ ਤੋਂ ਭਾਵ ਕਿ ਜਦੋਂ ਕਿਸੇ ਪਾਤਰ ਦੇ ਵਿੱਚ ਕੁਛ ਪਾਉਣਾ ਹੋਵੇ ਤਾਂ ਉਸ ਨੂੰ ਖਾਲੀ ਕਰਨਾ ਪੈਂਦਾ ਹੈ। ਖਾਲੀ ਤੋਂ ਭਾਵ ਕਿ ਸਾਡੇ ਮਨ ਮਸਤਕ ਦੇ ਵਿੱਚ ਜੋ ਵੀ ਵਿਚਾਰ ਹਨ ਉਹਨਾਂ ਦਾ ਖਤਮ ਹੋਣਾ ਜ਼ਰੂਰੀ ਹੋ ਜਾਂਦਾ ਹੈ। ਇਸ ਨੂੰ ਸਮਝਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਅਨੰਦਪੁਰ ਸਾਹਿਬ ਦਾ ਖਾਲਸੇ ਦੀ ਸਿਰਜਣਾ ਕਰਨ ਦਾ ਮੌਕਾ ਸੀ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਆਵਾਜ਼ ਦਿੱਤੀ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ। ਇਸ ਤਰ੍ਹਾਂ ਆਵਾਜ਼ ਲਗਾਉਂਦੇ ਰਹੇ ਤਾਂ 5 ਸਿਰ ਉਹਨਾਂ ਦੇ ਸਾਹਮਣੇ ਪੇਸ਼ ਹੋ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਰ ਮੰਗਿਆ ਸੀ, ਸਰੀਰ ਨਹੀਂ ਮੰਗਿਆ ਸੀ। ਇਸ ਮੌਕੇ ਦੇ ਉੱਤੇ ਇੱਕ ਸ਼ਾਇਰ ਦਾ ਸ਼ੇਰ ਯਾਦ ਆ ਰਿਹਾ ਹੈ। जब नजरे करम साकिए कौसर की इधर देखी, जब नजरे करम साकिए कौसर की इधर देखी, ले कासाए सर अपना पैमाना बना डाला। गुरु जी ने ਸੀਸ ਮੰਗਿਆ ਅੰਮ੍ਰਿਤ ਦੀ ਦਾਤ ਪਾਉਣ ਵਾਸਤੇ। ਜਦੋਂ ਉਹਨਾਂ ਸੀਸ ਭੇਟ ਕਰਨ ਵਾਲਿਆਂ ਨੇ ਗੁਰੂ ਦੀ ਨਜ਼ਰ ਦੇਖੀ ਕਿ ਇਹਦੇ ਵਿੱਚ ਅੰਮ੍ਰਿਤ ਹੈ, ਇਹਦੇ ਵਿੱਚ ਆਨੰਦ ਹੈ, ਇਹਦੇ ਵਿੱਚ ਸ਼ਾਂਤੀ ਹੈ, ਤਾਂ ਉਹਨਾਂ ਨੇ ਆਪਣੇ ਸੀਸ ਭੇਂਟ ਕੀਤੇ। ਯਾਨੀ ਜੋ ਸ਼ਾਇਰ ਨੇ ਕਿਹਾ ਕਿ ਜਦੋਂ ਬਹਿਸ਼ਤ ਦੀ ਨਦੀ ਦੇ ਮਾਲਕ ਦੀ ਨਜ਼ਰ ਆਪਦੇ 'ਤੇ ਪਈ ਦੇਖੀ ਤਾਂ ਆਪਦੇ ਸਿਰ ਦੇ ਖੋਪੜ ਨੂੰ ਅੱਗੇ ਕਰਤਾ। ਤੁਸੀਂ ਦੇਖਿਆ ਹੋਏਗਾ ਕਿ ਪ੍ਰਾਚੀਨ ਸਮੇਂ ਦੇ ਵਿੱਚ ਜਦੋਂ ਫਕਰ ਲੋਕ ਆਇਆ ਕਰਦੇ ਸੀ ਤਾਂ ਉਹਨਾਂ ਦੇ ਹੱਥ ਦੇ ਵਿੱਚ ਇੱਕ ਕਾਲੇ ਰੰਗ ਦੀ ਚਿੱਪੀ ਹੋਇਆ ਕਰਦੇ ਸੀ, ਪਾਤਰ ਹੋਇਆ ਕਰਦੇ ਸੀ, ਜਿਹਦੇ ਵਿੱਚ ਉਹ ਭੇਟ ਲਿਆ ਕਰਦੇ ਸੀ। ਔਰ ਉਹ ਇੱਕ ਖਾਸ ਜੰਗਲੀ ਕੱਦੂ ਦਾ ਹੋਇਆ ਕਰਦਾ ਸੀ। ਉਸ ਦੀ ਬਣਤਰ ਇਨਸਾਨ ਦੀ ਖੋਪੜੀ ਵਰਗੀ ਹੋਇਆ ਕਰਦੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਕਾਲ ਪੁਰਖ ਤੋਂ ਪ੍ਰਾਪਤ ਇਲਾਹੀ ਬਾਣੀਆਂ ਦਾ ਪਾਠ ਕਰਕੇ ਬਾਟੇ ਦੇ ਵਿੱਚ ਖੰਡੇ ਦੇ ਨਾਲ ਅੰਮ੍ਰਿਤ ਤਿਆਰ ਕੀਤਾ ਤਾਂ ਉਹਨਾਂ ਸ਼ੇਰਾਂ ਨੂੰ ਪਿਆਤਾ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸਿੰਘ ਕਿਹਾ ਸੀ। ਸਾਧਾਰਨ ਪੁਰਸ਼ਾਂ ਤੋਂ ਸ਼ੇਰ ਬਣਾਤਾ, ਯਾਨੀ ਕਿ ਅੰਮ੍ਰਿਤ ਦੀ ਦਾਤ ਦਿੱਤੀ, ਬਾਣੀ ਦੀ ਦਾਤ ਦਿੱਤੀ, ਬਾਣੇ ਦੀ ਦਾਤ ਦਿੱਤੀ। ਜੋ ਅਸੀਂ
ਇਹ ਪ੍ਰਸੰਗ ਨੂੰ ਲੈ ਕੇ ਚੱਲ ਰਹੇ ਹਾਂ। ਉਸ ਤੋਂ ਵੀ ਭਾਵ ਇਹ ਹੈ ਕਿ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋਣਾ ਔਰ ਉਸ ਅਵਸਥਾ ਨੂੰ ਪ੍ਰਾਪਤ ਹੋਣਾ ਜਿੱਥੇ ਆਤਮਾ ਉਸ ਪ੍ਰਭੂ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗੀ ਜਾਂਦੀ ਹੈ ਔਰ ਇਲਾਹੀ ਨੂਰ ਉਹਨਾਂ ਮਹਾਂਪੁਰਸ਼ਾਂ 'ਤੇ ਚਿਹਰੇ 'ਤੇ ਨਜ਼ਰ ਆਉਂਦਾ ਹੈ ਜਿਹੜੇ ਉਸ ਪਰਮੇਸ਼ਰ ਦੇ ਰੂਪ ਦੇ ਨਜ਼ਾਰੇ ਕਰਦੇ ਹਨ, ਯਾਨੀ ਕਿ ਜਿਹੜੇ ਅਨਹਦ ਨਾਦ ਦੇ ਵਿੱਚ ਲੀਨ ਹੋਏ ਹੁੰਦੇ ਹਨ। ਉਹਨਾਂ ਦੀ ਅਵਸਥਾ ਵੀ ਉਹ ਬਣ ਜਾਂਦੀ ਹੈ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਧਾਰਨ ਜੀਵਾਂ ਦੀ ਬਣਾਈ ਸੀ। ਵਾਹਿਗੁਰੂ ਜੀ ਦਾਤਾ ਭਲਾ ਕਰੇ।